बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और डेयरी फार्म पे मौजूद है। उनके ऑनर हमारे साथ हैं। उनसे आपकी मुलाकात करवाते हैं और उनसे पूछते हैं कि ये फार्म का काम करते हैं कितना अर्सा हो गया। अस्सलाम वालेकुम सर जी। वालेकुम सलाम। क्या हाल चाल है सर? ठीक ठाक अल्हम्दुलिल्लाह। सर सब तो पहले तो अपना नाम और अपने फार्म की लोकेशन दस दो। मेरा नाम मोहम्मद उस्मान संधू। ठीक है। और संधू डेयरी फार्म, चक नंबर 118, टैनर, तहसील जानिया, जिला खानेवाल। ठीक है माशाल्लाह। सर जी ये फार्म बनाए कितना अर्सा हो गया टोटल? ये ਅਸੀਂ तकरीबन 2008 ਤੋਂ ਸਟਾਰਟ ਕੀਤਾ। 2008 ਤੋਂ ਜੀ। ਮਾਸ਼ਾਅੱਲਾ। ਤੇ ਸਰ ਜਦੋਂ ਸਟਾਰਟ ਕੀਤਾ ਸੀ ਉਦੋਂ ਕਿੰਨੇ ਜਾਨਵਰ ਸੀ ਆਪਣੇ ਕੋਲ? ਅਸੀਂ 10 ਜਨਵਰੀ ਤੋਂ ਸਟਾਰਟ ਕੀਤਾ ਸੀ। ਮਾਸ਼ਾਅੱਲਾ। ਹਾਂਜੀ। ਤੇ ਇਸ ਟਾਈਮ ਸਰ ਮੌਜੂਦਾ ਕਿੰਨੇ ਜਾਨਵਰ? ਹੁਣ ਤਕਰੀਬਨ ਸਾਡੇ ਕੋਲ ਹੈ ਨੇ 50 ਪਲੱਸ ਜਾਨਵਰ ਨੇ। 50 ਪਲੱਸ ਜੀ ਜੀ। ਮਾਸ਼ਾਅੱਲਾ। ਸਰ ਇਹਨਾਂ ਚੋਂ ਮਿਲਕ ਵਾਲੇ ਜਾਨਵਰ ਕਿੰਨੇ ਹਨ? ਇਹ ਚ ਤਕਰੀਬਨ 25 ਤੋਂ 30 ਜਾਨਵਰ ਨੇ ਮਿਲਕਿੰਗ ਵਾਲੇ, ਬਾਕੀ ਕੁਝ ਹੀਫਰਾਂ ਨੇ। ਬਾਕੀ ਕੁਝ ਹੀਫਰਾਂ ਨੇ। ਜੀ। ਠੀਕ ਹੋ ਗਿਆ। ਅੱਛਾ ਸਰ, ਆਪਣੇ ਫਾਰਮ ਤੇ ਇਸ ਟਾਈਮ ਜਿਹੜੀ ਦੁੱਧ ਦੀ ਐਵਰੇਜ ਲੈ ਰਹੇ ਹੋ ਕੀ ਆ ਰਹੀ ਹੈ? ਅਸੀਂ ਇਸ ਟਾਈਮ ਦੁੱਧ ਦੀ ਐਵਰੇਜ ਲੈ ਲਿਆ 20 ਤੋਂ 25 ਲੀਟਰ ਦੇ ਦਰਮਿਆਨ ਆ ਰਹੀ ਹੈ ਤਕਰੀਬਨ। 20 ਤੋਂ 25 ਦੇ ਦਰਮਿਆਨ। ਹਾਂਜੀ। ਠੀਕ ਹੋ ਗਿਆ। ਅੱਛਾ ਸਰ, 20 ਤੋਂ 25 ਦੇ ਦਰਮਿਆਨ ਜਿਹੜੀ ਐਵਰੇਜ ਲੈ ਰਹੇ ਹੋ ਦੁੱਧ ਦੀ, ਉਹਦੇ ਤੇ ਖਰਚਾ ਕਿੰਨਾ ਕਰ ਰਹੇ ਹੋ ਜਾਨਵਰ ਤੇ? ਖਰਚਾ ਤਕਰੀਬਨ ਸਾਡਾ ਮੈਕਸਿਮਮ ਹੈ ਤਕਰੀਬਨ 13 ਤੋਂ 15 ਲੀਟਰ ਦੁੱਧ ਸਾਡਾ ਖਰਚਾ ਆ ਰਿਹਾ। ਠੀਕ ਹੈ। ਬਾਕੀ ਉਤਲਾ ਜਿਹੜਾ ਸਾਨੂੰ 7-8 ਲੀਟਰ 10 ਲੀਟਰ ਬਚਤ ਆ ਰਹੀ ਹੈ, ਮੁਨਾਫੇ ਚ ਆ ਰਿਹਾ। ਠੀਕ ਹੋ ਗਿਆ। ਤੇ ਸਰ ਜਿਹੜੀ ਇਹਨਾਂ ਕੋਲੋਂ ਬਰੀਡ ਲੈ ਰਹੇ ਹੋ ਉਹਨਾਂ ਦਾ ਕੀ ਮਤਲਬ ਤਰੀਕਾ ਕਾਰ ਹੈ, ਕਿਸ ਤਰ੍ਹਾਂ ਲੈਂਦੇ ਹੋ? ਬਰੀਡ ਅਸੀਂ ਇਨਸੈਮੀਨੇਸ਼ਨ ਵੀ ਕਰਵਾਉਂਦੇ ਆ। ਠੀਕ ਹੈ। ਬਾਕੀ ਸਾਡੇ ਕੋਲ ਆਪਣਾ ਬੁੱਲ ਵੀ ਹੈ। ਸਹੀ ਹੈ ਮਾਸ਼ਾਅੱਲਾ। ਹਾਂਜੀ। ਬਿਹਤਰ ਕੀ ਹੈ ਕਿ ਮਤਲਬ ਤੁਸੀਂ ਸੀਮਨ ਰਖਵਾਉਣਾ ਬਿਹਤਰ ਸਮਝਦੇ ਹੋ ਜਾਂ ਦੁੱਧ ਦਾ? ਇਹ ਜਿਹੜੀਆਂ ਡਿਫਾਲਟਰ ਗਾਵਾਂ ਹੋ ਜਾਂਦੀਆਂ ਉਹਨਾਂ ਵਾਸਤੇ ਅਸੀਂ ਬੁੱਲ ਰੱਖਿਆ, ਲੇਕਿਨ ਅਸੀਂ ਸਾਡਾ ਜ਼ਿਆਦਾ ਫੋਕਸ ਇਨਸੈਮੀਨੇਸ਼ਨ ਤੇ ਅਸੀਂ ਸੀਮਨ ਰਖਵਾਉਂਦੇ ਸੈਕਸ ਤੇ। ਉਹ ਸੈਕਸ ਦੇ? ਹਾਂਜੀ। ਉਹਦੇ ਤੋਂ ਫਿਰ ਅਸੀਂ ਅੱਗੇ ਗਾਵਾਂ ਯਾਨੀ ਕਿ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਫੀਮੇਲ ਆਵਣ। ਜੀ ਜੀ। ਇਸ ਵਜ੍ਹਾ ਤੋਂ ਤੁਸੀਂ ਜਿਹੜਾ ਨਾ ਸੀਮਨ ਰਖਵਾ ਰਹੇ ਹੋ। ਹਾਂਜੀ ਬਿਲਕੁਲ। ਸਰ ਜੀ ਜਿਹੜੇ ਸਾਡੇ ਨਿਊ ਵੀਵਰਸ ਇਸ ਕੰਮ ਚ ਆਉਣਾ ਚਾਹੁੰਦੇ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ ਕਿ ਉਹ ਇਸ ਕੰਮ ਚ ਅਗਰ ਆਵਣ ਤੇ ਕਿਸ ਤਰੀਕੇ ਨਾਲ ਆਵਣ, ਕੀ ਚੀਜ਼ ਨੂੰ ਪਹਿਲੇ ਹੋਰ ਕਰਨਾ ਚਾਹੀਦਾ? ਅਸੀਂ ਇਹਦੇ ਚ ਇੱਕ ਬਹੁਤ ਮੁਨਾਫਾ ਬਖਸ਼ ਕਾਰੋਬਾਰ ਹੈ। ਠੀਕ ਹੋ ਗਿਆ। ਬਹੁਤ ਅੱਛਾ ਕਾਰੋਬਾਰ ਹੈ। ਇਹ ਬੰਦਾ ਆਪਣੇ ਆਪ ਨੂੰ ਮਸਰੂਫ ਰੱਖਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਲਾਲ ਰਿਜ਼ਕ ਦਾ ਬਿਹਤਰੀਨ ਜ਼ਰੀਆ ਹੈ। ਮਾਸ਼ਾਅੱਲਾ ਬੇਸ਼ੱਕ। ਤੇ ਇਹਦੇ ਚ ਨਵੇਂ ਆਉਣ ਵਾਲੇ ਬੰਦੇ ਜਿਹੜੇ ਇਹਨਾਂ ਦੀ ਖੁਰਾਕ ਦਾ, ਬਰੀਡ ਦਾ ਤੇ ਆਪਣੀ ਜਗ੍ਹਾ ਦਾ ਤਯਨ ਕਰਕੇ ਸਹੀ ਤਰੀਕੇ ਨਾਲ ਤੇ ਆ ਜਾਣ, ਮੋਸਟ ਵੈਲਕਮ। ਇਹ ਇੱਕ ਐਸਾ ਕਾਰੋਬਾਰ ਹੈ ਜਿਹੜਾ ਛੋਟੇ ਤੋਂ ਥੋੜੇ ਤੋਂ ਸ਼ੁਰੂ ਹੁੰਦਾ ਹੈ ਔਰ ਅੱਗੇ ਜਿੰਨਾ ਮਰਜ਼ੀ ਨੂੰ ਅੱਗੇ ਵਧਾ ਲਓ। ਬਿਲਕੁਲ। ਨਾਲੇ ਮਾਸ਼ਾਅੱਲਾ ਦੁੱਧ ਦੀ ਤੇ ਇੱਕ ਜਿਹੜੀ ਹੈ ਨਾ ਕਿੱਲਤ ਉਹ ਸਾਡੀ ਪਾਕਿਸਤਾਨ ਦੇ ਵਿੱਚ ਹੈ, ਉਹ ਪੂਰੀ ਹੋਣੀ ਨਹੀਂ ਹੈ। ਹਾਂਜੀ ਉਹ ਬਾਹਰ ਕਿਸਮ ਬਿਲਕੁਲ। ਇਹ ਦੁੱਧ ਦਾ ਸੀਜ਼ਨ ਐਵੇਂ ਨਾ ਵੀ ਇਹਦਾ ਸੀਜ਼ਨ ਨਹੀਂ ਹੈ, ਤਕਰੀਬਨ ਸਾਰਾ ਸਾਲ ਹੀ ਪ੍ਰੋਪਰ ਹੀ ਚੱਲਦਾ ਹੈ। ਹਾਂਜੀ। ਅੱਛਾ ਸਰ, ਹੁਣ ਅਸੀਂ ਅਗਰ ਇਹ ਪੁੱਛੇ ਕਿ ਕਿਸੇ ਭਾਈ ਨੇ ਅਗਰ 10 ਜਾਨਵਰਾਂ ਤੋਂ ਕੰਮ ਸਟਾਰਟ ਕਰਨਾ ਹੈ ਤੇ ਅਗਰ ਉਹ 10 ਜਾਨਵਰ ਤੋਂ ਸਟਾਰਟ ਕਰਦੇ ਤੇ ਉਹ ਕਿਹੜੀ ਮਤਲਬ ਤਿਆਰ ਗਾਵਾਂ ਲੈਵਣ, ਬੱਚੀਆਂ ਲੈਵਣ, ਇਹਦੇ ਬਾਰੇ ਕੋਈ ਇੱਕ ਥੋੜਾ ਜਿਹਾ ਨਾ ਆਪਣਾ ਉਹ ਦੱਸੋ। ਇਹਦੇ ਚ ਵੇਖੋ ਜੀ, ਅਗਰ ਬੰਦਾ ਤਿਆਰ ਗਾਵਾਂ ਲੈ ਸਕਦਾ, ਅਫੋਰਡ ਕਰ ਸਕਦਾ ਜੀ, ਤੇ ਉਹ ਜ਼ਾਹਿਰੀ ਗੱਲ ਉਹ ਗਾਵਾਂ ਤਿਆਰ ਲਏਗਾ ਤੇ ਉਹਦਾ ਪਹਿਲੇ ਦਿਨ ਤੋਂ ਹੀ ਇਨਕਮ ਸਟਾਰਟ ਹੋ ਜਾਏਗੀ। ਅਗਰ ਬੰਦਾ ਇੰਨਾ ਅਫੋਰਡ ਨਹੀਂ ਕਰ ਸਕਦਾ ਤੇ ਉਹ ਹੀਫਰਾਂ ਲੈ ਲਵੇ, ਉਹ ਥੋੜੇ ਅਰਸੇ ਬਾਅਦ ਤਿਆਰ ਹੋ ਜਾਣੀ ਹੈ, ਤਕਰੀਬਨ ਸਾਲ ਦੇ ਅੰਦਰ ਅੰਦਰ ਇਨਕਮ ਦੇਣਾ ਸ਼ੁਰੂ ਕਰ ਦੇਣੀ ਹੈ। ਅਗਰ ਇਸ ਤੋਂ ਹੋਰ ਨਿਚਲੇ ਦਰਜੇ ਦੇ ਲੋਕ ਜਾਂ ਕਮ ਸਰਮਾਏ ਵਾਲੇ ਬੰਦੇ ਆਉਂਦੇ ਨੇ ਤੇ ਉਹ ਛੋਟੀਆਂ ਬੱਚੀਆਂ ਲੈ ਲੈਣ, ਉਹ ਥੋੜਾ ਜਿਹਾ ਟਾਈਮ ਪੀਰੀਅਡ ਜ਼ਿਆਦਾ ਹੁੰਦਾ ਜਾਏਗਾ ਤੇ ਕਾਰੋਬਾਰ ਚੱਲ ਜਾਏਗਾ। ਸਰ ਇਹ ਵੀ ਇੱਕ ਭਾਈ ਆ, ਉਹਨਾਂ ਨੇ ਤੁਹਾਡੇ ਜੇ ਫਾਰਮਾਂ ਦੀਆਂ ਵੀਡੀਓ ਵੇਖ ਕੇ ਸਾਨੂੰ ਕਮੈਂਟ ਕੀਤਾ ਹੈਗਾ ਕਿ ਜਿਹੜੀਆਂ ਨਿਊ ਜਿਹੜੇ ਬੋਰਨ ਬੱਚੇ ਆ ਇਹਨਾਂ ਦੇ, ਹਾਂਜੀ, ਉਹ ਤਿਆਰ ਹੋਣ ਤੱਕ ਕਿੰਨਾ ਟਾਈਮ ਲੈਂਦੇ ਨੇ? ਮਤਲਬ ਇਹ ਜ਼ੀਰੋ ਸਾਈਜ਼ ਦਾ ਜਿਹੜਾ ਬੱਚਾ ਹੈ, ਹਾਂਜੀ, ਉਹ ਪੂਰਾ ਗਾਂ ਤੇ ਤਿਆਰ ਹੋਣ ਤੇ ਕਿੰਨਾ ਟਾਈਮ ਲੱਗਦਾ? ਇਹ ਤਕਰੀਬਨ ਸਾਡੇ ਕੋਲ ਐਸੇ ਫਾਰਮ ਤੇ ਸਾਡੇ ਕੋਲ 2.5 ਸਾਲ ਦੇ ਅੰਦਰ ਅੰਦਰ ਬੱਚੀਆਂ ਪੈਦਾ ਹੋ ਕੇ ਸੂਈਆਂ ਨੇ, ਤਿਆਰ ਹੋਈਆਂ ਨੇ। ਉਹ ਉਹਨਾਂ ਦੀ ਖੁਰਾਕ ਤੇ ਉਹਨਾਂ ਦੀ ਬਰੀਡ ਤੇ ਮੌਸਮ ਤੇ ਉਹਨਾਂ ਦੇ ਮਾਹੌਲ ਦੇ ਮੁਨਸਰ ਕਰਦਾ। ਅੱਛਾ। ਲੇਕਿਨ ਮੈਕਸਿਮਮ ਟਾਈਮ 2 ਸਾਲ ਦੇ ਅੰਦਰ ਹੋ ਜਾਂਦੀ ਹੈ। ਅੱਛਾ, ਯਾਨੀ ਕਿ 1 ਸਾਲ ਚ ਅਡਲਟ ਹੋ ਜਾਂਦੀ ਹੈ? ਬਿਲਕੁਲ ਹੋ ਜਾਂਦੀ ਹੈ। ਕ੍ਰਾਸ ਦੇ ਲਈ ਤਿਆਰ ਹੋ ਜਾਂਦੀ ਹੈ? ਬਿਲਕੁਲ ਹੋ ਜਾਂਦੀ ਹੈ। ਠੀਕ ਹੈ। ਤੇ ਸਰ ਜਿਹੜਾ ਇਹਨਾਂ ਦਾ ਬੱਚਾ ਹੈਗਾ, ਨਿਊ ਬੋਰਨ ਬੱਚਾ, ਇਹ ਕਿਹੜੀ ਨਸਲ ਦਾ ਲੈਣਾ ਚਾਹੀਦਾ ਔਰ ਕਿਹੜੀ ਜਗ੍ਹਾ ਤੋਂ ਮਿਲਦਾ ਹੈਗਾ? ਇਹ ਵੀ ਜਿਹੜਾ ਇਹਨਾਂ ਇੱਕ ਸਵਾਲ ਹੈ, ਉਹ ਦੱਸੋ ਕਿਹੜਾ ਬਿਹਤਰ ਜਗ੍ਹਾ ਕਿਹੜੀ ਹੈ? ਇਹ ਦੇਖੋ, ਅਗਰ ਬਾਜ਼ ਫਾਰਮ ਐਸੇ ਨੇ ਜਿਨ੍ਹਾਂ ਦਾ ਸਿਰਫ ਫੋਕਸ ਦੁੱਧ ਤੇ ਹੈ, ਜੀ ਜੀ, ਉਹਨਾਂ ਨੂੰ ਬੱਚੇ ਨਾਲ ਕੋਈ ਗਰਜ਼ ਨਹੀਂ। ਉਹ ਜਦੋਂ ਬੱਚਾ ਪੈਦਾ ਹੁੰਦਾ ਬੱਚਾ ਵੇਚ ਦਿੰਦੇ ਨੇ ਔਰ ਤੁਸੀਂ ਉੱਥੇ ਜਾਓ ਉਹਨਾਂ ਫਾਰਮਾਂ ਦੇ ਬਾਅਦ, ਸਾਡੇ ਇਲਾਕੇ 'ਚ ਵੀ ਐਸੇ ਫਾਰਮ ਹੈ ਨੇ ਜਿਹੜੇ ਬੱਚੇ ਵੇਚਦੇ ਨੇ। ਉਹਨਾਂ ਕੋਲ ਜਾ ਕੇ ਅਗਰ ਉਹ ਅੱਛੀ ਗਾਏ ਆ, ਅੱਛੇ ਉਹਨਾਂ ਕੋਲ ਬੋਲਿਆ, ਉਹਨਾਂ ਕੋਲ ਸੀਮਨ ਦਾ ਸਾਰੀ ਡਿਟੇਲ ਲੈ ਕੇ ਤੁਸੀਂ ਬੱਚੇ ਪਰਚੇਜ਼ ਕਰ ਸਕਦੇ ਹੋ, ਉਹ ਵੀ ਅੱਛੇ ਨੇ। ਲੇਕਿਨ ਸਭ ਤੋਂ ਬਿਹਤਰੀਨ ਚੀਜ਼ ਹੈ ਤੁਸੀਂ ਆਪ ਇਨਸੈਮੀਨੇਸ਼ਨ ਕਰਵਾਓ,
ਠੀਕ ਹੈ, ਅੱਛੇ ਬੁੱਲਾਂ ਦੀ ਅੱਛੀ ਕੰਪਨੀ ਦੇ ਸੀਮਨ ਲੈ ਕੇ ਅੱਛੀਆਂ ਗਾਵਾਂ ਨੂੰ ਰਖਵਾ ਕੇ ਬੱਚੇ ਲਓ ਤੇ ਉਹ ਜ਼ਿਆਦਾ ਬੈਸਟ ਹੈ। ਉਹ ਬੈਸਟ ਹੈ। ਹਾਂਜੀ। ਠੀਕ ਹੋ ਗਿਆ। ਅੱਛਾ ਸਰ ਜੀ, ਇਹਨਾਂ ਦਾ ਜਿਹੜਾ ਖਾਣ ਦਾ ਤਰੀਕਾਕਾਰ ਹੈ, ਹੂੰ। ਉਹਦਾ ਹੀ ਦੱਸੋ ਕਿਹੜੀ ਕਿਹੜੀ ਚੀਜ਼ ਯੂਜ਼ ਕਰਦੇ ਹੋ ਇਹਨਾਂ ਨੂੰ? ਅਸੀਂ ਜ਼ਿਆਦਾਤਰ ਸੈਲੇਜ ਇਸਤੇਮਾਲ ਕਰਦੇ ਹਾਂ ਠੀਕ ਹੈ, ਤੇ ਅਸੀਂ ਸਬਜ਼ ਚਾਰਾ ਵੀ ਮੌਸਮ ਦੇ ਲਿਹਾਜ਼ ਨਾਲ, ਜਿਵੇਂ ਜਵਾਰ ਹੈ ਹੁਣ ਅੱਜ ਕੱਲ ਸੀਜ਼ਨ ਬਰਸੀਨ ਦਾ ਚੱਲਣ ਡਿਆ, ਅਸੀਂ ਉਹ ਵੀ ਇਸਤੇਮਾਲ ਕਰਦੇ ਹਾਂ ਤੇ ਜ਼ਿਆਦਾਤਰ ਅਸੀਂ ਇਹਨਾਂ ਦਾ ਜਿਹੜਾ ਨਾ ਉਹ ਸੈਲੇਜ ਹੀ ਇਸਤੇਮਾਲ ਕਰਦੇ ਹਾਂ। Silage ਹੀ। ਮੱਕੀ ਦਾ ਸੈਲੇਜ, ਵੰਡਾ ਮੱਕੀ ਦਾ ਸੈਲੇਜ। ਤੇ ਸੈਲੇਜ ਆਪਣਾ ਬਣਾ ਰਹੇ ਹੋ ਜਾਂ ਪਰਚੇਜ਼ ਕਰਦੇ ਹੋ? ਨਹੀਂ, ਅਸੀਂ ਆਪਣਾ ਬਣਾ ਲਿਆ, ਸਾਡੇ ਕੋਲ ਅਲਹਮਦੁਲਿਲਾ ਆਪਣਾ ਰਕਬਾ ਹੈ। ਠੀਕ ਹੈ, ਅਸੀਂ ਉਹਦੇ ਤੇ ਆਪਣੀ ਮੱਕੀ ਕਾਸ਼ਤ ਕਰਕੇ ਆਪਣਾ ਸੈਲੇਜ ਬਣਾਉਂਦੇ ਹਾਂ। ਠੀਕ ਹੈ। ਤੇ ਅਗਰ ਕੋਈ ਭਾਈ ਕੋਲ ਆਪਣੀ ਜ਼ਮੀਨ ਨਹੀਂ ਹੈ, ਉਹ ਅਗਰ ਮਾਰਕੀਟ ਚੋਂ ਪਰਚੇਜ਼ ਕਰਦਾ ਹੈ ਵੰਡਾ ਵੀ ਸੈਲੇਜ ਵੀ, ਤੇ ਉਹ ਕਿਰਾਏ ਦੀ ਜਗ੍ਹਾ ਤੇ ਇਹ ਕੰਮ ਸਟਾਰਟ ਕਰਦਾ ਰੈਂਟ ਤੇ ਫਿਰ ਵੀ ਇਸ ਕੰਮ ਦੇ ਵਿੱਚ ਪ੍ਰੋਫਿਟ ਹੈਗੀ ਆ ਜਾਂ ਉਹਦੇ ਵਿੱਚ ਕੀ ਹੈ ਮਤਲਬ ਤਰੀਕਾ ਦਾ? ਹਾਂ ਬਿਲਕੁਲ, ਇਹਦੇ 'ਚ ਪ੍ਰੋਫਿਟ ਹੈ ਲੇਕਿਨ ਥੋੜਾ ਜਿਹਾ ਘਟ ਜਾਏਗਾ ਕਿਉਂਕਿ ਅਖਰਾਜਾਤ ਵੱਧ ਜਾਣਗੇ ਤੇ ਪ੍ਰੋਫਿਟ ਘਟ ਜਾਏਗਾ। ਅਕਸਰ ਅਸੀਂ ਦੇਖਿਆ ਨਾ ਕਿ ਵੀ ਕੋਈ ਵੀ ਕੰਮ ਹੈ, ਹੁਣ ਜਿਵੇਂ ਅਸੀਂ ਵੀਡੀਓ ਬਣਾ ਰਹੇ ਹਾਂ, ਸਾਡੇ ਕਾਫੀ ਸਾਰੇ ਵੀਵਰਸ ਆ ਸਾਡੇ ਕੋਲੋਂ ਸਵਾਲ ਕਰਦੇ ਕਿ ਵੀ ਉਹਨਾਂ ਦੀਆਂ ਜਗ੍ਹਾ ਆਪਣੀਆਂ ਨੇ ਤੇ ਸੈਲੇਜ ਆਪਣੇ ਤੇ ਇਸ ਵਜ੍ਹਾ ਤੋਂ ਉਹਨਾਂ ਨੂੰ ਪ੍ਰੋਫਿਟ ਜਿਹੜੀ ਹੈ ਨਾ ਉਹ ਚੀਜ਼ ਹੈ ਨਹੀਂ। ਇਹ ਪਰਚੇਜ਼ ਕਰਨ ਤੇ ਉਹਦੇ ਵਿੱਚ ਵੀ ਪ੍ਰੋਫਿਟ ਹੈ ਜੀ ਅਲਹਮਦੁਲਿਲਾ, ਇਹਦੇ 'ਚ ਪ੍ਰੋਫਿਟ ਹੈ, ਥੋੜਾ ਜਿਹਾ ਘੱਟ ਆਏਗਾ ਲੇਕਿਨ ਹੈ। ਇਹ ਇੱਕ ਐਸਾ ਕਾਰੋਬਾਰ ਇਹਦੇ 'ਚ ਪ੍ਰੋਫਿਟ ਹੀ ਪ੍ਰੋਫਿਟ ਹੈ। ਹਾਂਜੀ। ਅੱਛਾ ਸਰ, ਹੁਣ ਲਾਸਟ ਤੇ ਨਾ ਇੱਕ ਡੇਅਰੀ ਫਾਰਮਿੰਗ ਨੂੰ ਕਾਮਯਾਬ ਕਰਨ ਲਈ ਜਿਹੜੀ ਮੇਨ ਇਹਦੇ ਕੋਈ ਰਾਜ਼ ਆ ਉਹ ਦੱਸ ਦਿਓ ਸਾਨੂੰ ਲਾਸਟ। ਇਹਦੇ 'ਚ ਮੇਨ ਰਾਜ਼ ਇਹ ਹੈ ਕਿ ਜਾਨਵਰ ਦੀ ਬਰੀਡ, ਠੀਕ ਹੈ, ਤੇ ਜਾਨਵਰ ਦੇ ਮਾਲਕ ਦਾ ਆਪਣੀ ਨਿਗਰਾਨੀ 'ਚ ਰੱਖੇ, ਠੀਕ है, ਤੇ खुराक ਉਹਦੀ बेस्ट ਤੋਂ बेस्ट करे, बस फार्म कामयाब ही कामयाब। ठीक होगा सर, बहुत शुक्रिया। ओके, अल्लाह हाफिज। जी तो फ्रेंड्स, ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाजत। अल्लाह हाफिज।